Good morning, dear student. I am Rajni Bhandari. Today we will read class 9th chapter ਕਰਤਾਰ ਸਿੰਘ ਸਰਾਭਾ। ਬੱਚਿਓ, ਅੱਜ ਅਸੀਂ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਪੜਾਂਗੇ। ਵੈਸੇ ਤਾਂ ਅਸੀਂ ਜਿਹੜੇ ਇਹ ਨੌਜਵਾਨ ਦੇਸ਼ ਭਗਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਪਰ ਇਸ ਵਿੱਚੋਂ ਅਸੀਂ ਅੱਜ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਪੜ੍ਹਨ ਜਾ ਰਹੇ ਹਾਂ, ਜੋ ਕਿ ਹਰਬੰਸ ਸਿੰਘ ਚਾਵਲਾ ਦੀ ਲਿਖੀ ਹੋਈ ਹੈ। ਹਾਂਜੀ, ਹਰਬੰਸ ਸਿੰਘ ਚਾਵਲਾ ਜਿਹੜੇ ਨੇ ਆਪਣੇ ਕਿਸੇ ਸਾਹਿਤ ਖੇਤਰ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੇ ਹਨ। ਉਹਨਾਂ ਦਾ ਜਨਮ 15 ਅਪ੍ਰੈਲ 1937 ਵਿੱਚ ਜ਼ਿਲ੍ਹਾ ਗੁਜਰਾਤ ਵਿੱਚ ਹੋਇਆ ਅਤੇ ਉਹਨਾਂ ਦੇ ਪਿਤਾ ਦਾ ਨਾਮ ਮੂਲਾ ਸਿੰਘ ਅਤੇ ਮਾਤਾ ਦਾ ਨਾਮ ਮਾਇਆ ਦੇਵੀ ਸੀ। ਦੇਖੋ, ਉਹਨਾਂ ਨੇ ਕੀ ਹੈਗਾ ਕਿ ਬਹੁਤ ਸਾਰੇ ਕਹਾਣੀ ਸੰਗ੍ਰਹਿ, ਕਾਵ ਸੰਗ੍ਰਹਿ ਪ੍ਰਕਾਸ਼ਿਤ ਕੀਤੇ, ਮਤਲਬ ਲਿਖੇ। ਉਹਨਾਂ ਵਿੱਚੋਂ ਉਹਨਾਂ ਨੇ ਇੱਕ ਜੀਵਨੀ ਲਿਖੀ, ਕਰਤਾਰ ਸਿੰਘ ਸਰਾਭਾ। ਹਾਂਜੀ, ਅਸੀਂ ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਾਂਗੇ। ਕਹਿੰਦਾ ਕਿ ਇਸ ਵਿੱਚ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਦੀ ਛੋਟੀ ਉਮਰ ਵਿੱਚ ਹੀ ਬਹਾਦਰੀ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਹੈ। ਦੇਖੋ, ਜਦੋਂ ਕਰਤਾਰ ਸਿੰਘ ਸਰਾਭਾ 16 ਨਵੰਬਰ 1915 ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਸ ਵਕਤ ਉਹਨਾਂ ਦੀ ਉਮਰ 19 ਸਾਲ ਤੇ ਕੁਝ ਮਹੀਨਿਆਂ ਦੀ ਸੀ। ਦੇਖੋ, ਸਭ ਤੋਂ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਗਦਰ ਲਹਿਰ ਦੇ ਮੋਢੀਆਂ ਵਿੱਚ, ਦੇਖੋ ਇਹ ਕੀ ਹੈਗਾ ਸੀ, ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ, ਕਿਉਂਕਿ ਇਹਨਾਂ ਨੇ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਕ੍ਰਾਂਤੀ ਲਿਆ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਦੇਖਿਆ। ਦੇਖੋ, ਇਹਨਾਂ ਦਾ ਮਕਸਦ ਸੀ ਕਿ ਦੇਸ਼ ਨੂੰ ਆਜ਼ਾਦ ਕਰਵਾਇਆ ਜਾਵੇ ਤੇ ਇਹ ਘੱਟ ਉਮਰ ਵਾਲਾ ਕ੍ਰਾਂਤੀਕਾਰੀ ਸੀ। ਗਦਰ ਲਹਿਰ ਦਾ ਮੋਢੀ ਬਾਬਾ ਸੋਹਣ ਸਿੰਘ ਪਕਨਾ ਉਸ ਨੂੰ ਬਾਬਾ ਜਰਨੈਲ ਕਹਿੰਦਾ ਸੀ। ਹਾਂਜੀ, ਦੇਖੋ ਹੁਣ ਕੋਈ ਨਾ ਕੋਈ ਅਸੀਂ ਜਦੋਂ ਉਹਨੇ ਦੇਸ਼ ਨੂੰ ਆਜ਼ਾਦ ਕਰਾਉਣਾ, ਜਦ ਦੇਖੋ ਕੋਈ ਵੀ ਅਸੀਂ ਕੰਮ ਕਰਦੇ ਹਾਂ ਨਾ, ਤਾਂ ਸਾਡੇ ਵਾਸਤੇ ਕੋਈ ਨਾ ਕੋਈ ਚੀਜ਼ ਪ੍ਰੇਰਨਾ ਸਰੋਤ ਜ਼ਰੂਰ ਬਣਦਾ ਹੈ। ਅਤੇ ਇਹਨਾਂ ਦਾ ਪ੍ਰੇਰਨਾ ਸਰੋਤ ਕੌਣ ਸੀ? ਭਗਤ ਸਿੰਘ। ਕਹਿੰਦਾ ਹੈ ਕਿ ਭਗਤ ਸਿੰਘ ਨੂੰ ਉਹ ਆਪਣਾ ਪ੍ਰੇਰਨਾ ਸਰੋਤ, ਗੁਰੂ, ਮਿੱਤਰ, ਭਰਾ ਮੰਨਦੇ ਸਨ। ਉਹ ਹਮੇਸ਼ਾ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਕੋਲ ਰੱਖਦਾ ਸੀ। ਜਦੋਂ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਰਤਾਰ ਸਿੰਘ ਦੀ ਤਸਵੀਰ ਉਸ ਦੀ ਜੇਬ ਵਿੱਚ ਸੀ। ਜਨਮ ਤੇ ਮੁੱਢਲੀ ਪੜ੍ਹਾਈ। ਕਰਤਾਰ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਬੱਚੋ? ਲੁਧਿਆਣੇ ਵਿੱਚ। ਠੀਕ ਹੈ, ਉਹਨਾਂ ਦੇ ਕਿਹਦੇ ਘਰ ਹੋਇਆ ਸੀ? ਮੰਗਲ ਸਿੰਘ ਦੇ ਘਰ। ਕਦੋਂ ਹੋਇਆ ਸੀ? 24 ਮਈ ਨੂੰ। ਉਹਨਾਂ ਦੇ ਪਿਤਾ ਕੌਣ ਸੀ? ਇੱਕ ਰੱਜੇ ਪੁੱਜੇ ਕਿਸਾਨ ਸਨ। ਛੋਟੀ ਉਮਰੇ ਹੀ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਪਾਲਣ ਪੋਸ਼ਣ ਕਿਹਨੇ ਕੀਤਾ? ਉਹਨਾਂ ਦੇ ਦਾਦਾ ਜੀ ਨੇ। ਦਾਦਾ ਜੀ ਦਾ ਕੀ ਨਾਮ ਹੈਗਾ ਸੀ? ਬਚਨ ਸਿੰਘ। ਉਹ ਸਰਾਭੇ ਨੂੰ ਵੱਡਾ ਹੋ ਕੇ ਕੋਈ ਵੱਡਾ ਸਰਕਾਰੀ ਅਫਸਰ ਬਣਿਆ ਦੇਖਣਾ ਚਾਹੁੰਦੇ ਸੀ। ਦੇਖੋ, ਦਾਦਿਆਂ ਦੀ ਇੱਛਾ ਹੁੰਦੀ ਹੈ ਕਿ ਸਾਡੇ ਪੋਤੇ ਕੁਛ ਨਾ ਕੁਛ ਵੱਡੇ ਬਣਨ, ਅਤੇ ਉਹਦੇ ਵੀ ਦਾਦੇ ਦਾ ਸੁਪਨਾ ਸੀ ਕਿ ਮੇਰਾ ਪੋਤਰਾ ਅਫਸਰ ਬਣੇ। ਉਹਨਾਂ ਦਾ ਬਚਪਨ ਲਾਡ ਪਿਆਰ ਨਾਲ ਬੀਤਿਆ। ਉਹਨਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਅਤੇ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਮਿਡਲ ਪਾਸ ਕੀਤੀ। ਅੱਗੋਂ ਗਿਆ ਉੜੀਸਾ ਜਾਣਾ। ਫਿਰ ਉਹ ਮਿਡਲ ਹਾਈ ਸਕੂਲ ਵਿੱਚ ਦਾਖਲ ਹੋ ਗਏ, ਪਰ ਇੱਥੋਂ ਪੜ੍ਹਾਈ ਵਿੱਚ ਦਿਲ ਨਾ ਲੱਗਣ ਕਰਕੇ ਉਹ 9ਵੀਂ ਜਮਾਤ ਦੀ ਪੜ੍ਹਾਈ ਵਿੱਚੇ ਹੀ ਛੱਡ ਕੇ ਆਪਣੇ ਚਾਚਾ ਜੀ ਕੋਲ ਉੜੀਸਾ ਚਲੇ ਗਏ। ਦੇਖੋ, ਜਦੋਂ ਉਹਨਾਂ ਨੂੰ ਮਿਸ਼ਨ ਹਾਈ ਸਕੂਲ ਵਿੱਚ ਦਾਖਲਾ ਕਰਾਇਆ ਗਿਆ, ਉੱਥੇ ਉਹਨਾਂ ਦਾ ਕੀ ਦਿਲ ਨਾ ਲੱਗਿਆ। ਫਿਰ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ? ਉੜੀਸਾ। ਉੜੀਸਾ ਕੌਣ ਰਹਿੰਦੇ ਸੀ? ਉਹਨਾਂ ਦੇ ਚਾਚਾ ਜੀ। ਇੱਥੇ ਹੀ ਉਹਨਾਂ ਨੇ 10ਵੀਂ ਪਾਸ ਕੀਤੀ। ਇਨੀ ਦਿਨੀ ਬੰਗਾਲ ਤੇ ਉੜੀਸਾ ਵਿੱਚ ਆਜ਼ਾਦੀ ਸੰਬੰਧੀ ਜਾਗਰਤੀ ਪੈਦਾ ਹੋ ਗਈ, ਜਿਸ ਦੇ ਪ੍ਰਭਾਵ ਤੋਂ ਅਛੂਤਾ ਨਾ ਰਿਹਾ। ਅਛੂਤਾ ਹੁੰਦਾ ਕਿ ਟੱਚ ਨਾ ਹੋਇਆ ਹੋਵੇ। ਉਸ ਨੂੰ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਅੰਗਰੇਜ਼ੀ ਸਾਮਰਾਜ ਕਿਵੇਂ ਭਾਰਤੀਆਂ ਦਾ ਲਹੂ ਚੂਸ ਰਿਹਾ ਹੈ। ਦੇਖੋ, ਜਦੋਂ ਉੜੀਸਾ ਵਿੱਚ ਗਏ ਤਾਂ ਉੱਥੋਂ ਦੇ ਮਤਲਬ ਉਹਨਾਂ ਨੇ ਵੇਖਿਆ ਕਿ ਦੇਸ਼ ਦੀ ਆਜ਼ਾਦੀ ਵਾਸਤੇ ਮੁਹਿੰਮਾਂ ਚੱਲ ਰਹੀਆਂ ਨੇ, ਤਾਂ ਉਹ ਵੀ ਉਹਦੇ ਵਿੱਚ ਹਿੱਸਾ ਲਏ ਬਿਨਾਂ ਨਾ ਰਹਿ ਸਕੇ। ਇੱਥੇ ਉਸ ਦਾ ਅਗਾਂਹ ਵਧੂ ਸਾਹਿਤ, ਇਤਿਹਾਸ, ਰਾਜਨੀਤੀ ਨਾਲ ਸੰਬੰਧਿਤ ਕਈ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਫਿਰ ਉਹ ਦੇਖੋ ਉੱਚ ਵਿੱਦਿਆ ਲਈ ਕਿੱਥੇ ਗਏ? ਅਮਰੀਕਾ ਗਏ। 1912 ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਕਿੱਥੇ ਚਲੇ ਗਏ? ਅਮਰੀਕਾ। ਅਤੇ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ? 15 ਸਾਲ। ਜਦੋਂ ਉਹਨਾਂ ਦਾ ਜਹਾਜ਼ ਅਮਰੀਕਾ ਦੀ ਬੰਦਰਗਾਹ 'ਤੇ ਪੁੱਜਿਆ ਤਾਂ ਹਿੰਦੀਆਂ ਨੂੰ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਾ ਦਿੱਤੀ ਗਈ। ਉਹਨਾਂ ਨੇ ਕਿਹਾ ਜਿਹੜੇ ਹਿੰਦੁਸਤਾਨੀ ਨੇ ਨਾ, ਉਹ ਜਹਾਜ਼ ਤੋਂ ਥੱਲੇ ਨਹੀਂ ਉਤਰ ਸਕਦੇ। ਇਨ੍ਹਾਂ ਭਾਰਤੀ ਮੁਸਾਫਰਾਂ ਵਿੱਚ ਕਰਤਾਰ ਸਿੰਘ ਸਰਾਭਾ ਸੀ। ਜਹਾਜ਼ ਵਿੱਚੋਂ ਉਤਰਦਿਆਂ ਉਸ ਦਾ ਸਾਹਮਣਾ ਉੱਥੋਂ ਦੀ ਇਮੀਗ੍ਰੇਸ਼ਨ ਅਧਿਕਾਰੀ ਨਾਲ ਹੋਇਆ। ਉਸ ਦੇ ਸਵਾਲਾਂ ਦੇ ਜਵਾਬ ਸਰਾਭਾ ਨੇ ਬੜੀ ਖੁਸ਼ੀ ਦੇ
ਨਾਲ ਦਿੱਤੀ, ਜਿਨ੍ਹਾਂ ਨੂੰ ਸੁਣ ਕੇ ਇਮੀਗ੍ਰੇਸ਼ਨ ਅਧਿਕਾਰੀ ਨੇ ਖੁਸ਼ ਹੋ ਕੇ ਸਰਾਭਾ ਨੂੰ ਸਾਨ ਫਰਾਂਸਿਸਕੋ ਉਤਰਨ ਦੀ ਆਗਿਆ ਦੇ ਦਿੱਤੀ। ਦੇਖੋ ਉਹਨਾਂ ਦੀ ਗੱਲਬਾਤ ਤੋਂ ਇਮੀਗ੍ਰੇਸ਼ਨ ਵਾਲਾ ਅਧਿਕਾਰੀ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਸਾਨ ਫਰਾਂਸਿਸਕੋ ਉਤਰ ਸਕਦੇ ਹੋ। ਗਦਰ ਪਰਚੇ ਦੀ ਜ਼ਿੰਮੇਵਾਰੀ ਸੰਭਾਲਣੀ। ਦੇਖੋ ਉਸ ਟਾਈਮ ਇੱਕ ਗਦਰ ਪਰਚਾ ਪ੍ਰਕਾਸ਼ਨ ਹੋਇਆ ਤੇ ਉਹਦੀ ਜ਼ਿੰਮੇਵਾਰੀ ਕਿਹਨੇ ਸੰਭਾਲ ਲਈ? ਕਰਤਾਰ ਸਿੰਘ ਸਰਾਭਾ ਨੇ। ਉਹਨਾਂ ਨੇ ਦਾ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਸੰਸਥਾ ਗਠਿਤ ਕੀਤੀ। ਇਸ ਸੰਸਥਾ ਦਾ ਕੋਈ ਵੀ ਅਹੁਦਾ ਉਸਦੀ ਛੋਟੀ ਉਮਰ ਕਰਕੇ ਉਸ ਨੂੰ ਨਾ ਦਿੱਤਾ ਗਿਆ। ਦੇਖੋ ਅਹੁਦਾ ਨਹੀਂ ਕੋਈ ਵੀ ਦਿੱਤਾ ਗਿਆ, ਕਿਉਂਕਿ ਉਹਦੀ ਉਮਰ ਛੋਟੀ ਸੀ। 1913 ਵਿੱਚ ਜਦੋਂ ਗਦਰ ਪਰਚੇ ਦਾ ਪ੍ਰਕਾਸ਼ਨ ਸ਼ੁਰੂ ਹੋਇਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਕਿਹਨੂੰ ਦੇ ਦਿੱਤੀ ਗਈ? ਕਰਤਾਰ ਸਿੰਘ ਸਰਾਭਾ ਨੂੰ। ਇਸ ਪਰਚੇ ਦੇ ਨਾਂ ਤੇ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦਾ ਨਾਂ ਦਾ ਗਦਰ ਮਸ਼ਹੂਰ ਹੋ ਗਿਆ। ਉਹ ਗਦਰ ਲਈ ਬੜੀਆਂ ਜੋਸ਼ੀਲੀਆਂ ਕਵਿਤਾਵਾਂ ਕਰਦਾ ਸੀ। ਜਦੋਂ ਉਹ ਪਰਚੇ ਦੀਆਂ ਕਾਪੀਆਂ ਘਰੋਂ ਘਰੋਂ ਵੰਡਣ ਜਾਂਦਾ ਤਾਂ ਉਸ ਦੇ ਬੁੱਲ੍ਹਾਂ ਤੇ ਕਿਹੜੀਆਂ ਪੰਕਤੀਆਂ ਸੀ? ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਫਿਰ ਸੁਖਾਲੀਆਂ ਨੇ। ਇਹਦਾ ਮਤਲਬ ਕੀ ਹੈਗਾ? ਦੇਖੋ ਗੱਲਾਂ ਤਾਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਹਰ ਕੋਈ ਕਰ ਸਕਦਾ ਹੈ, ਪਰ ਸੇਵਾ ਕਰਨੀ ਦੇਸ਼ ਵਾਸਤੇ ਸਭ ਵਾਸਤੇ ਸੌਖੀ ਨਹੀਂ ਹੈ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਦੇਖੋ ਜਿਨ੍ਹਾਂ ਨੇ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੈਰ ਪਾਇਆ ਉਹਨਾਂ ਨੇ ਬੜੀਆਂ ਹੀ ਮੁਸੀਬਤਾਂ ਦਾ ਸਾਹਮਣਾ ਕੀਤਾ। ਗਦਰ ਲਹਿਰ ਦੀ ਅਗਵਾਈ ਕਰਨਾ। 18 ਸਾਲ ਦੀ ਉਮਰ ਵਿੱਚ ਹੀ ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਆਪਣੇ ਮਿਸ਼ਨ ਵਿੱਚ ਲੱਗ ਗਏ। ਉਹ ਗਦਰ ਲਹਿਰ ਦੀ ਅਗਵਾਈ ਕਰ ਰਹੇ ਸਨ। ਉਹ ਫੌਜੀ ਛਾਉਣੀਆਂ ਉੱਤੇ ਹਮਲਾ ਕਰਕੇ ਹਥਿਆਰ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸ ਕੰਮ ਲਈ ਉਹਨਾਂ ਨੇ ਪਾਰਟੀ ਦੇ ਜ਼ਿੰਮੇਵਾਰ ਮੈਂਬਰਾਂ ਨੂੰ ਅਲੱਗ-ਅਲੱਗ ਛਾਉਣੀਆਂ ਦਾ ਜਾਇਜ਼ਾ ਲੈਣ ਲਈ ਕਿਹਾ। ਇਹਨਾਂ ਸਭਨਾਂ ਵਿੱਚ ਤਾਲਮੇਲ ਬਣਾਈ ਰੱਖਣ ਦੀ ਜ਼ਿੰਮੇਵਾਰੀ ਕਿਹਨੂੰ ਸੰਭਾਲੇਗੀ? ਕਰਤਾਰ ਸਿੰਘ ਸਰਾਭਾ ਨੂੰ। ਦੇਖੋ ਫਿਰ ਉਹਨਾਂ ਨੂੰ ਕੀ ਹੋ ਗਈ? ਗ੍ਰਿਫਤਾਰੀ। ਕਹਿੰਦਾ ਕਿ 21 ਫਰਵਰੀ 1915 ਦਾ ਦਿਨ ਮਿਥਿਆ ਗਿਆ ਗਦਰ ਲਹਿਰ ਨੂੰ ਸ਼ੁਰੂ ਕਰਨ ਦਾ। ਇਸ ਲਈ ਤਿਆਰੀਆਂ ਮੁਕੰਮਲ ਹੋ ਗਈਆਂ। ਗਦਰ ਦੇ ਮੁੱਖ ਨੇਤਾਵਾਂ ਨੇ 20 ਫਰਵਰੀ 1915 ਨੂੰ ਲੋਪੇਕੇ ਪੁਲਿਸ ਸਟੇਸ਼ਨ ਉੱਤੇ ਹਮਲਾ ਕਰਕੇ 21 ਫਰਵਰੀ 1915 ਨੂੰ ਲਾਹੌਰ ਪਹੁੰਚਣਾ ਸੀ। ਪਰ ਇਸ ਤੋਂ ਪਹਿਲਾਂ ਕਿ ਗਦਰ ਦੀਆਂ ਇਹ ਯੋਜਨਾਵਾਂ ਅਮਲੀ ਜਾਮਾ ਪਹਿਨ ਸਕਣ, ਗਦਰ ਪਾਰਟੀ ਦੇ ਇੱਕ ਮੈਂਬਰ ਕਿਰਪਾਲ ਸਿੰਘ ਨੇ ਇਹਨਾਂ ਯੋਜਨਾਵਾਂ ਦੀ ਸੂਚਨਾ ਅੰਗਰੇਜ਼ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ। ਦੇਖੋ ਹੁਣ ਕੌਣ ਹੈਗਾ ਸੀ ਇਹਦੇ ਵਿੱਚ? ਕਿਰਪਾਲ ਸਿੰਘ, ਜਿਹਨੇ ਕੀ ਕੀਤੀ ਸੀ? ਗਦਾਰੀ। ਹੁਣ ਪੇਪਰ ਵਿੱਚ ਤੁਹਾਨੂੰ ਕੁਐਸਚਨ ਆ ਜਾਂਦਾ ਗਦਾਰ ਕੌਣ ਸੀ? ਤਾਂ ਕਿਰਪਾਲ ਸਿੰਘ। ਗਦਰ ਪਾਰਟੀ ਦੇ ਮੈਂਬਰਾਂ ਨੂੰ ਇਸ ਦੀ ਭਿਣਕ ਪੈ ਗਈ ਤੇ ਨਿਸ਼ਚਿਤ ਤਰੀਕ ਦਾ ਸਰਕਾਰ ਨੂੰ ਪਤਾ ਲੱਗ ਗਿਆ। ਉਹਨਾਂ ਨੇ 21 ਫਰਵਰੀ 1915 ਦੀ ਥਾਂ 19 ਫਰਵਰੀ ਨੂੰ ਗਦਰ ਕਰਨ ਦੇ ਆਦੇਸ਼ ਵਰਕਰਾਂ ਨੂੰ ਭੇਜ ਦਿੱਤਾ। ਇਹ ਸੂਚਨਾ ਵੀ ਕਿਰਪਾਲ ਸਿੰਘ ਨੇ ਅੰਗਰੇਜ਼ਾਂ ਨੂੰ ਪਹੁੰਚਾ ਦਿੱਤੀ। ਸਰਕਾਰ ਨੇ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। 2 ਮਾਰਚ 1915 ਨੂੰ ਕਰਤਾਰ ਸਿੰਘ ਤੇ 23 ਮਾਰਚ 1915 ਨੂੰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹਨਾਂ ਨੂੰ ਦੇਖੋ ਫਾਂਸੀ ਦੀ ਸਜ਼ਾ ਦਿੱਤੀ ਗਈ। ਕਰਤਾਰ ਸਿੰਘ ਸਰਾਭਾ ਦੀ ਗ੍ਰਿਫਤਾਰੀ ਪਿੱਛੋਂ ਅੰਗਰੇਜ਼ੀ ਰਾਜ ਦਾ ਤਖਤਾ ਪਲਟਣ ਦੀ ਕੋਸ਼ਿਸ਼ ਵਰਗੇ ਸਕੀਮ ਇਲਜ਼ਾਮ ਲਗਾ ਕੇ ਉਸ 'ਤੇ ਮੁਕੱਦਮਾ ਚਲਾਇਆ ਗਿਆ, ਪਰ ਉਸਨੇ ਨਾ ਤਾਂ ਖੁਦ ਦੀ ਕੋਈ ਸਫਾਈ ਪੇਸ਼ ਕੀਤੀ, ਨਾ ਹੀ ਅਦਾਲਤ ਵੱਲੋਂ ਨਿਯਤ ਕੀਤੇ ਗਏ ਵਕੀਲ ਨੂੰ ਕੁਝ ਕਹਿ ਦਿੱਤਾ। ਦੇਖੋ ਜਿਹਨੇ ਕੀਤਾ ਸੀ ਕੰਮ ਦੇਸ਼ ਦੀ ਆਜ਼ਾਦੀ ਲਈ ਤਾਂ ਉਹ ਕੋਈ ਸਫਾਈ ਨਹੀਂ ਦਿੰਦਾ, ਕਿਉਂਕਿ ਉਹਨੇ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ ਤੇ ਉਹ ਝੂਠ ਦਾ ਆਸਰਾ ਲੈ ਕੇ ਬਚਣਾ ਨਹੀਂ ਚਾਹੁੰਦਾ ਸੀ। ਅੰਗਰੇਜ਼ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟ੍ਰਿਬਿਊਨਲ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਤੇ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਦੇਖੋ ਹੁਣ ਇਹਦੇ ਤੋਂ ਸਾਨੂੰ ਕੀ ਪਤਾ ਚੱਲਦਾ ਹੈ ਵੀ ਅਗਰ ਅਸੀਂ ਕੋਈ ਕੰਮ ਕਰਨਾ ਹੈ, ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ, ਤਾਂ ਸਾਨੂੰ ਕੋਈ ਵੀ ਕੰਮ ਕਰਨ ਵਾਸਤੇ ਬਹਾਦਰੀ, ਹੌਸਲਾ, ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਕਿਹਦੇ ਵਿੱਚ ਵਿਖਾਇਆ ਗਿਆ ਹੈ? ਕਰਤਾਰ ਸਿੰਘ ਸਰਾਭਾ ਵਿੱਚ। ਦੇਖੋ ਉਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ, ਮੇਰੀ ਛੋਟੀ ਉਮਰ ਹੈ ਵੀ ਮੈਂ ਦੇਸ਼ ਲਈ ਆਪਣੀ ਜਾਨ ਕਿਉਂ ਗਵਾਵਾਂ। ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਹਰ ਕੋਸ਼ਿਸ਼ ਕੀਤੀ। ਹਾਂਜੀ, ਇਸ ਤੋਂ ਕੀ ਸਿੱਖਿਆ ਮਿਲਦੀ ਹੈ? ਤੇ ਸਾਨੂੰ ਵੀ ਕੰਮ ਕਹਿਣਾ ਸੌਖਾ ਹੈ, ਪਰ ਕਰਕੇ ਜਿਹੜਾ ਵਿਖਾਉਂਦਾ ਹੈ ਅਸਲੀ ਤਾਂ ਉਹੀ ਗੱਲ ਹੁੰਦੀ ਹੈ। ਅੱਜ ਕੱਲ੍ਹ ਅਸੀਂ ਕਹਿ ਦਿੰਦੇ ਹਾਂ ਕਿ ਆਹ ਕੰਮ ਕਰ ਦਿਆਂਗੇ, ਲੇਕਿਨ ਅਸੀਂ ਇਹਨਾਂ ਲੋਕਾਂ ਦਾ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਜਿਹੜੇ ਇਹ ਮਹਾਨ ਸ਼ਖਸੀਅਤਾਂ ਹੋਈਆਂ ਨੇ, ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਹਾਂਜੀ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜਾ ਪਾਠ ਹੈ, ਜੀਵਨੀ ਹੈ ਕਰਤਾਰ ਸਿੰਘ ਸਰਾਭਾ ਦੀ, ਸਮਝ ਆ ਗਈ ਹੋਏਗੀ ਤੇ ਤੁਸੀਂ ਇਸ ਦੀ ਦੁਹਰਾਈ ਜਿਹੜੀ ਹੈ ਚੰਗੀ ਤਰ੍ਹਾਂ ਕਰਨੀ ਹੈ। ਥੈਂਕਸ।